ਉਸ ਤੋਂ ਇਲਾਵਾ ਮੈਂ ਕਹਿੰਦਾ ਪਰਾਲੀ ਉਹਨਾਂ ਦੀ ਪੂੰਜੀ ਹੈ, ਕਿਸਾਨ ਨੂੰ ਸਮਝਣਾ ਪਏ ਵੀ ਇਹ ਪੂੰਜੀ ਹੈ, ਇਹ ਰਿਸੋਰਸ ਹੈ, ਇਹ ਆਰਗੈਨਿਕ ਮੈਟਰ ਹੈ, ਬਾਇਓਮਾਸ ਹੈ, ਇਹ ਬਾਲਣ ਦੇ ਤੌਰ ਤੇ ਇੰਡਸਟਰੀ 'ਚ ਵਰਤਿਆ ਜਾ ਸਕਦਾ ਹੈ, ਵਰਤਿਆ ਜਾ ਰਿਹਾ ਹੈ। ਤੇ ਉਹਦੇ ਵਾਸਤੇ ਫਿਰ ਕਾਨੂੰਨ ਹੈ। ਕਾਨੂੰਨ ਦਾ ਨਾਤੇ ਮੈਂ ਕਿਸਾਨ ਨੂੰ ਜਾਗਰੂਕ ਵੀ ਕਰਨਾ, ਥੋੜ੍ਹੀ ਜਿਹੜੀ ਮਤਲਬ ਸਮਝਾਉਣ ਦੀ ਵੀ ਕੋਸ਼ਿਸ਼ ਕਰ ਰਿਹਾ, ਤੇ ਥੋੜ੍ਹਾ ਜਿਹਾ ਦੱਸ ਵੀ ਰਿਹਾ ਵੀ ਫਸ ਜਾਓ ਕਿ ਜੇ ਤੁਸੀਂ ਉੱਥੇ ਵੀ ਨਹੀਂ ਮੰਨੋਗੇ ਤੇ ਉਹ ਰੈੱਡ ਐਂਟਰੀ, ਜਿਹਨੂੰ ਉੱਥੇ ਝੋਨਾ ਸਾੜ ਪੰਜਾਬੀ 'ਚ ਲਿਖਿਆ ਜਾਣਾ, ਜਦੋਂ ਰੈੱਡ ਐਂਟਰੀ ਹੋ ਗਈ ਨਾ ਤੁਸੀਂ ਜ਼ਮੀਨ ਵੇਚ ਸਕਦੇ ਹੋ ਜਾਂ ਜ਼ਮੀਨ ਖਰੀਦ ਸਕਦੇ ਹੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੈਲਾਸ਼ ਤੇ ਸਵਾਗਤ ਤੁਹਾਡਾ ਲਾਈਵ ਬਰਡ ਚੈਨਲ ਤੇ। ਆਪਾਂ ਗੱਲ ਕਰਾਂਗੇ ਅੱਜ ਦੇ ਅਹਿਮ ਮੁੱਦੇ ਦੇ, ਜੋ ਕਿ ਅੱਜ ਦੇਸ਼ ਦੁਨੀਆ ਨਹੀਂ ਪੂਰੀ ਦੁਨੀਆ ਦੀ ਇੱਕ ਬਹੁਤ ਵੱਡੀ ਸਮੱਸਿਆ ਜਿਸ ਦਾ ਸਮਾਧਾਨ ਕਰਨਾ ਬਹੁਤ ਜ਼ਰੂਰੀ ਹੈ। ਆਪਾਂ ਗੱਲ ਕਰਾਂਗੇ ਪਰਿਆਵਰਣ ਦੇ ਬਾਰੇ ਤੇ ਫੈਲਦੇ ਪੋਲਿਊਸ਼ਨ ਦੇ ਬਾਰੇ। ਹਾਂਜੀ, ਅੱਜ ਅਸੀਂ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟ ਪਰਿਆਵਰਣ ਨੂੰ ਪ੍ਰਦੂਸ਼ਿਤ ਕਰਦੇ ਪਏ ਆ, ਤੇ ਪਰਿਆਵਰਣ ਨੂੰ ਸਵੱਛ ਬਣਾਉਣ ਦੇ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ। ਵੱਖਰੀ NGO ਇੱਥੇ ਪੌਦਾਕਰਨ ਕਰਦੀਆਂ ਹਨ, ਪਰ ਉਹ ਇੰਨਾ ਹਜੇ ਕਾਰਗਰ ਨਹੀਂ ਹੈਗਾ। ਜਦ ਤੱਕ ਅਸੀਂ ਆਪ ਨਹੀਂ ਸੁਧਰਾਂਗੇ ਉਨੀ ਦੇਰ ਤੱਕ ਅਸੀਂ ਕਿਸੇ ਨੂੰ ਹੋਰ ਨਹੀਂ ਸੁਧਾਰ ਸਕਦੇ। ਤੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇੱਕ ਕਿਸਾਨਾਂ ਨੂੰ ਲੈ ਕੇ ਪਰਾਲੀ ਸਾੜਨ ਨੂੰ ਵੀ ਲੈ ਕੇ ਕੀਤੀ ਜਾਂਦੀ ਹੈ, ਜਿਸ ਨੂੰ ਕਿਸਾਨਾਂ ਨੂੰ ਅਵੇਅਰ ਕਰਨ ਦੇ ਲਈ ਪੰਜਾਬ ਪੋਲਿਊਸ਼ਨ ਕੰਟਰੋਲ ਵੱਲੋਂ ਵੀ ਕਾਫੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਕਿਸਾਨਾਂ ਨੂੰ ਉਸ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਤੇ ਅੱਜ ਸਾਡੇ ਨਾਲ ਖਾਸ ਮਹਿਮਾਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸਾਡੇ ਨਾਲ ਮੌਜੂਦ ਹਨ। ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਤੋਂ ਸਵਾਗਤ ਹੈ ਸਾਡਾ ਸਰ ਜੀ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਗੱਲ ਕਰੀਏ ਪੋਲਿਊਸ਼ਨ ਦੀ, ਤੇ ਇੱਕ ਟਾਈਮ ਆਉਂਦਾ ਜਦੋਂ ਕਿਸਾਨਾਂ ਦੀ ਖੇਤ ਖਾਲੀ ਕਰਨ ਦੇ ਲਈ ਪਰਾਲੀ ਨੂੰ ਸਾੜੀ ਜਾਂਦੀ ਹੈ। ਉਸ ਵੇਲੇ ਸੜਕਾਂ ਦੇ ਉੱਤੇ ਇਕੱਠ ਧੂਆਂ ਦਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਿਸ ਕਰਕੇ ਰੋਡ ਐਕਸੀਡੈਂਟ ਵੀ ਹੁੰਦੇ ਹਨ, ਆਲਾ ਦੁਆਲਾ ਵੀ ਸਾਡਾ ਪ੍ਰਦੂਸ਼ਿਤ ਹੁੰਦਾ ਹੈ। ਤੇ ਉਸ ਚੀਜ਼ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਕੰਟਰੋਲ ਬੋਰਡ ਵੱਲੋਂ ਕੀ ਮੁਹਿੰਮ ਚਲਾਈ ਜਾ ਰਹੀ ਹੈ? ਬਹੁਤ ਤੁਸੀਂ ਠੀਕ ਗੱਲ ਕੀਤੀ ਹੈ। ਸਮੱਸਿਆਵਾਂ ਤੁਸੀਂ ਦੱਸ ਦਿੱਤੀਆਂ। ਇਹ ਸਮੱਸਿਆ ਸਾਡੇ ਧਿਆਨ 'ਚ ਵੀ ਹੈ। ਸਾਰੇ ਵਾਤਾਵਰਣ ਦੀ ਸਮੱਸਿਆ ਦੀ ਗੱਲ ਹੱਲ ਤੇ ਨਹੀਂ ਕਰ ਸਕਾਂਗੇ। ਪੰਜਾਬ ਜਿਹੜਾ ਕਿ ਇੱਕ ਆਪਣੀ ਖੁਸ਼ਹਾਲੀ ਕਾਰਨ, ਆਪਣੇ ਪਾਣੀਆਂ ਕਾਰਨ, ਆਪਣੇ ਗ੍ਰੀਨਰੀ ਕਾਰਨ ਜਾਣਿਆ ਜਾਂਦਾ ਸੀ, ਉਹ ਸਮੱਸਿਆ ਵੱਧ ਗਈ ਹੈ। ਪਰ ਜਿਹੜਾ ਆਉਣ ਵਾਲਾ ਪ੍ਰੈਜ਼ੈਂਟ ਮੁਸ਼ਕਲ ਹੈ ਜਿਹੜੀ ਹੁਣ ਦੀ ਹੈ, ਉਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਕਿਸਾਨ ਜਿਹੜਾ ਪਰਾਲੀ ਨੂੰ ਸਾੜ ਰਿਹਾ, ਤਾਂ ਅਸੀਂ ਕਈ ਵਾਰੀ ਦੋਸ਼ ਵੀ ਕਿਸਾਨ ਨੂੰ ਦੇ ਦਿੰਦੇ ਹਾਂ। ਮੈਨੂੰ ਤਾਂ ਲੱਗਦਾ ਵੀ ਇਹ ਵੀ ਬਿਲਕੁਲ ਤਰੀਕਾ ਠੀਕ ਨਹੀਂ ਹੈ। ਉਹਨਾਂ ਦੀ ਸਮੱਸਿਆ ਉਹ ਕਿਉਂ ਸਾੜਨੀ ਪਈ, ਉਹ ਕਈ ਲੰਬੀਆਂ ਕਹਾਣੀਆਂ ਨੇ। ਉਹਨਾਂ ਨੂੰ ਕੰਬਾਈਨਾਂ ਯੂਜ਼ ਕਰਨੀਆਂ ਪਈਆਂ, ਪਹਿਲੇ ਕਦੀ ਸੜੀ ਨਹੀਂ ਸੀ, ਠੀਕ ਹੈ। ਪਰ ਹੁਣ ਕਿਸਾਨ ਦੇ ਨਾਲ ਖੜੇ ਹੋ ਕੇ ਪੰਜਾਬ ਸਰਕਾਰ, ਪੋਲਿਊਸ਼ਨ ਕੰਟਰੋਲ ਬੋਰਡ, ਹੋਰ ਡਿਪਾਰਟਮੈਂਟ, ਇੰਡਸਟਰੀ ਵਾਲੇ, ਐਗਰੀਕਲਚਰ ਡਿਪਾਰਟਮੈਂਟ, ਸਾਰੇ ਡਿਪਾਰਟਮੈਂਟ ਨੇ ਜੋੜ ਕੇ, ਰਾਦਰ ਇੱਕ ਸੈਂਟਰ ਗਵਰਨਮੈਂਟ ਤੋਂ ਵੀ ਕਮਿਸ਼ਨ ਬਣਿਆ, ਉਹਨਾਂ ਨੇ ਜੁੜ ਕੇ, ਕਿਉਂਕਿ ਇਕੱਲੀ ਪੰਜਾਬ ਦੇ ਵੀ ਨਹੀਂ, ਹਰਿਆਣਾ 'ਚ ਵੀ, ਰਾਜਸਥਾਨ 'ਚ ਵੀ, ਯੂਪੀ 'ਚ ਵੀ ਝੋਨਾ ਹੁੰਦਾ, ਉੱਥੇ ਸਾੜੀ ਜਾਂਦੀ ਹੈ। ਜਿਹੜਾ ਪੰਜਾਬ 'ਚ ਕਿਉਂਕਿ ਜ਼ਿਆਦਾ ਝੋਨਾ ਹੁੰਦਾ, ਲਗਭਗ 20 ਮੀਟ੍ਰਿਕ ਟਨ ਜਿਹੜੀ ਬਣਦੀ ਹੈ ਪਰਾਲੀ ਹੁੰਦੀ ਹੈ, ਤਾਂ ਕਿਸਾਨ ਦੇ ਨਾਲ ਖੜੇ ਹੋਣਾ ਪਏਗਾ, ਕਿਸਾਨ ਨੂੰ ਰਸਤਾ ਦੱਸਣਾ ਪਏਗਾ। ਹਾਲਾਂਕਿ ਜਦੋਂ ਇੱਕ ਵਾਰੀ ਉਹਦੇ ਨਾਲ ਖੜੇ ਹੋ ਜਾਗੇ ਤਾਂ ਉਹ ਇੰਨਾ ਇੰਟੈਲੀਜੈਂਟ ਹੈ, ਉਹ ਆਪ ਵੀ ਰਸਤਾ ਲੱਭ ਸਕਦਾ। ਅਤੇ ਉਹਦੇ 2-3 ਅਸੀਂ ਅਪਰੋਚ ਬਣਾਈਆਂ, ਜਿਹੜੀਆਂ ਕਿ ਸਾਰੇ ਕਮਿਸ਼ਨ ਨੇ ਔਰ ਸਰਕਾਰ ਨੇ ਮਿਲ ਕੇ ਬਣਾਈਆਂ। ਸਭ ਤੋਂ ਪਹਿਲੇ ਤਾਂ ਇਹੀ ਕਿਹਾ ਜਾ ਸਕਦਾ ਹੈ ਵੀ ਕਿਉਂਕਿ ਕਿਸਾਨ ਉੱਥੇ ਹੀ ਖੇਤ 'ਚ ਇਹਦਾ ਨਿਪਟਾਰਾ ਕਰ ਦੇਵੇ। ਖੇਤ 'ਚ ਨਿਪਟਾਰਾ ਕਰਨ ਵਾਸਤੇ, ਕਿਉਂਕਿ ਹੁਣ ਮਸ਼ੀਨੀਕਰਨ ਨਾਲ ਛਟਾਈ ਹੋ ਰਹੀ ਹੈ, ਅਤੇ ਉਹਨੂੰ ਮਸ਼ੀਨ ਇਹੋ ਜਿਹੀ ਆਈਆਂ ਵੀ ਹੋਰ ਉਹਨੂੰ ਚੌਪ ਕਰ ਦੇਣ, ਉਹਨੂੰ ਜਿਹਨੂੰ ਸੁਪਰ ਹੈਪੀ ਸੀਡਰ ਜਾਂ ਸੁਪਰ SMS ਮਸ਼ੀਨ ਕਹਿੰਦੇ ਆ, ਉਹ ਲਾਣੀ ਕੰਪਲਸਰੀ ਕਰ ਦਿੱਤੀ ਗਈ ਹੈ। ਔਰ ਕਿਸਾਨ ਨੂੰ ਵੀ ਸਮਝਣਾ ਚਾਹੀਦਾ ਵੀ ਕੋਈ ਥੋੜ੍ਹਾ ਬਹੁਤਾ, ਦੇਖੋ ਮੈਂ ਤਾਂ ਕਈ ਵਾਰੀ ਕਹਿੰਦਾ ਵੀ ਜੇ ਧਰਤੀ ਨੂੰ ਬਚਾਉਣਾ, ਤੁਸੀਂ ਪੋਲਿਊਸ਼ਨ ਦੀ ਗੱਲ ਕੀਤੀ, ਮੈਂ ਤਾਂ ਕਹਿੰਦਾ ਕਿਸਾਨ ਜਦੋਂ ਅੱਗ ਲਾਉਂਦਾ ਤਾਂ ਸਭ ਤੋਂ ਪਹਿਲੇ ਤਾਂ ਅੱਗ ਦੇ ਧੂੰਆਂ ਉਹਨੂੰ ਹੀ ਪੈਂਦਾ, ਫਿਰ ਉਹਦੇ ਬੱਚਿਆਂ ਨੂੰ ਪੈਂਦਾ, ਫਿਰ ਉਹਦੇ ਪਿੰਡ ਨੂੰ ਪੈਂਦਾ, ਫਿਰ ਪੰਜਾਬ 'ਚ ਜਾਂ ਦਿੱਲੀ ਜਾਣਾ ਜਾਂ ਐਕਸੀਡੈਂਟ ਹੋਣੇ ਬਾਅਦ ਦੀ ਗੱਲ। ਤਾਂ ਕਿਸਾਨ ਨੂੰ ਵੀ ਸਮਝਣਾ ਪਏਗਾ ਯਾਰ, ਉਹ ਜਿਹੜਾ ਦੂਜਾ ਰਸਤਾ ਹੈ ਜਿਹਦੇ 'ਚ ਪਰਾਲੀ ਨਾ ਸਾੜੀ, ਉਹ ਔਖਾ ਹੈ, ਪਰ ਔਖੇ ਰਸਤੇ ਚੱਲਣਾ ਪਏਗਾ, ਕਿਉਂਕਿ ਧਰਤੀ ਮਾਂ ਨੂੰ ਬਚਾਉਣਾ, ਆਪਣੀ ਪਰਾਲੀ ਨੂੰ ਨਹੀਂ ਸਾੜਨਾ, ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖਣਾ। ਅਤੇ ਉਹਦੇ ਨਾਲ ਪੂਰੇ ਅਸੀਂ ਖੜੇ ਹਾਂ। ਤਾਂ ਉਹ ਮਸ਼ੀਨਾਂ ਉਹ ਵਰਤੇ, ਠੀਕ ਹੈ। ਉਹ ਕਿਸ ਤਰ੍ਹਾਂ ਮਿਲਣੀਆਂ, ਇੱਕ ਆਈ ਮੈਟ ਉਹਦੀ ਐਪ ਬਣੀ ਹੈ, ਐਗਰੀਕਲਚਰ ਡਿਪਾਰਟਮੈਂਟ ਨੇ ਨੋਡਲ ਅਫਸਰ ਲੱਗੇ ਨੇ, ਉਹ ਜਾ ਕੇ, ਕਿਉਂਕਿ ਵੱਡੀ ਮਸ਼ੀਨ ਹੈ, ਖਰਚਾ ਹੈ, ਉਹ ਵਾਰੀ ਸਿਰ ਮਿਲੇਗੀ, ਉੱਥੇ ਵਾਰੀ ਆਪਣੀ ਬੁੱਕ ਕਰਾਉਣੀ, ਉਹਨੂੰ ਵਰਤਣਾ, ਔਰ ਇਹੋ ਜਿਹਾ ਮਨ ਬਣਾਉਣਾ ਵੀ ਮੈਂ ਪਰਾਲੀ ਨਹੀਂ ਸਾੜਨੀ, ਮੈਂ ਉਹਨੂੰ ਉਹਦੇ ਅੰਦਰ ਗਲਾਉਣਾ ਹੈ, ਉਹਦੇ ਅੰਦਰ ਕਰਨਾ। ਠੀਕ ਹੈ, ਕੋਈ ਅਗਲੀ ਫਸਲ 'ਤੇ ਥੋੜ੍ਹਾ ਬਹੁਤਾ ਅਸਰ ਮਨ 'ਚ ਆਉਂਦਾ, ਪਰ ਨਹੀਂ ਪਏਗਾ। ਪਰ ਕਮ ਸੇ ਕਮ ਅਸੀਂ ਇਹਦੀ, ਮੈਨੂੰ ਲੱਗਦਾ ਵੀ ਇੰਨੀ ਜਿਹੜੀ ਇੱਕ ਕਿਸਮ ਦੀ ਮਤਲਬ ਮਾੜੀ ਗੱਲ ਕਹਿ ਲਓ ਪਰਾਲੀ ਸਾੜਨਾ, ਜਿਹਦੀ ਆਪਣੇ ਬੱਚਿਆਂ ਨੂੰ, ਆਪਣੇ ਪਿੰਡ ਨੂੰ ਨੁਕਸਾਨ ਹੈ, ਉਹਦੇ ਤੋਂ ਤਾਂ ਬਚਾਂਗੇ ਨਾ। ਮੈਂ ਤਾਂ ਕਈ ਵਾਰੀ ਬੋਲਦਾ ਨਾ ਵੀ ਪੈਂਡਾ ਮੰਜ਼ਿਲ ਡੂੰਘੀ, ਪੈਂਡਾ ਔਖਾ, ਵੇਖ ਘਬਰਾਵੀਂ ਨਾ, ਮਾਂ ਦੀ ਲਾਜ ਬਚਾਵਣ ਵੇਲੇ ਕਮਜ਼ੋਰੀ ਦਿਖਲਾਵੀਂ। ਮਤਲਬ ਇਹ ਢਿੱਲੇ ਪੈ ਜਾਂਦੇ ਆ, ਤਾਂ ਉਹ ਸੋਚਣ ਰਸਤੇ ਹੈਗੇ ਨੇ, ਪਰ ਔਖੇ ਨੇ। ਕੋਈ ਵੀ ਵਾਤਾਵਰਨ ਦਾ ਰਸਤਾ ਹੈ, ਜਦੋਂ ਪਾਣੀ ਨੂੰ ਸਾਫ਼ ਰੱਖਣਾ ਹੈ,
ਪਲਾਸਟਿਕ ਨਹੀਂ ਵਰਤਣਾ ਤੇ ਔਖੇ ਰਸਤੇ ਤੋਂ ਵਰਤਣਾ ਪਏਗਾ। ਤਾਂ ਸਭ ਤੋਂ ਪਹਿਲੇ ਉਹ ਸਮੱਸਿਆ ਵੀ ਉਹਨੂੰ ਇਨ ਸਿਚੂ ਮੈਨੇਜਮੈਂਟ ਅਸੀਂ ਉਹਨੂੰ ਕਹਿੰਦੇ ਆ ਵੀ ਪਰਾਲੀ ਨੂੰ ਉੱਥੇ ਹੀ ਗਲਾਉਣ ਦਾ ਕੰਮ ਕੀਤਾ ਜਾਵੇ। ਪਰ ਚਲੋ ਉਸ ਤੋਂ ਇਲਾਵਾ ਮੈਂ ਕਹਿੰਦਾ ਪਰਾਲੀ ਉਹਨਾਂ ਦੀ ਪੂੰਜੀ ਹੈ, ਕਿਸਾਨ ਨੂੰ ਸਮਝਣਾ ਪਏਗਾ ਵੀ ਇਹ ਪੂੰਜੀ ਹੈ, ਇਹ ਰਿਸੋਰਸ ਹੈ, ਇਹ ਆਰਗੈਨਿਕ ਮੈਟਰ ਹੈ, ਬਾਇਓਮਾਸ ਹੈ, ਇਹ ਬਾਲਣ ਦੇ ਤੌਰ ਤੇ ਇੰਡਸਟਰੀ 'ਚ ਵਰਤਿਆ ਜਾ ਸਕਦਾ ਹੈ, ਵਰਤਿਆ ਜਾ ਰਿਹਾ ਹੈ। ਉਹਦੀ ਲੋੜ ਵਰਤੋਂ ਕਿਵੇਂ ਵਧਾਇਆ? ਫਿਰ ਅਸੀਂ ਇੰਡਸਟਰੀਆਂ ਨਾਲ ਜੁੜੇ ਹਾਂ, ਪੋਲਿਊਸ਼ਨ ਕੰਟਰੋਲ ਬੋਰਡ, ਪੰਜਾਬ ਸਰਕਾਰ ਨੇ ਮੀਟਿੰਗਾਂ ਕੀਤੀਆਂ, ਇੰਡਸਟਰੀ ਨੂੰ ਇਹ ਸਮਝਾਇਆ ਵੀ ਤੁਸੀਂ ਬਾਕੀ ਬਾਲਣ ਬਾਲਦੇ ਹੋ, ਰਾਈਸ ਹਸਕ ਵੀ ਬਾਲਦੇ ਹੋ, ਤੇ ਇਹਨੂੰ ਵੀ ਬਾਲਣ ਦੇ ਤੌਰ ਤੇ ਵਰਤੋ। ਉਹਨਾਂ ਨੂੰ ਥੋੜ੍ਹੀ ਜਿਹੀ ਮਸ਼ੀਨਰੀ ਆਪਣੀ ਚੇਂਜ ਕਰਨੀ ਪੈ ਰਹੀ ਹੈ ਤੇ ਹੌਲੀ ਹੌਲੀ ਲੱਗੇ ਨੇ। ਔਰ ਕਈ ਇੰਡਸਟਰੀਆਂ ਨੇ, ਫਤਿਹਗੜ੍ਹ ਸਾਹਿਬ ਦੇ ਵਿੱਚ ਇੰਡਸਟਰੀ ਹੈ ਗਣੇਸ਼, ਉਹ ਸਾਰਾ ਆਪਣਾ ਲੈਂਦੀ ਵੀ ਬਾਲਣ ਜਿਹੜਾ ਕਰਦੀ ਬਾਇਲਰ ਦੇ ਅੰਦਰ ਪੈਡੀ ਦੇ ਤੋਂ ਕਰਦੀ। ਇਸ ਤਰ੍ਹਾਂ ਹੋਰ ਇੰਡਸਟਰੀਆਂ ਤਿਆਰ ਹੋ ਗਈਆਂ। ਫਿਰ ਉਹਨਾਂ ਨੂੰ ਕਿਹਾ ਵੀ ਇਹਨੂੰ ਸਟੋਰ ਕਰ ਲਓ, ਕਿਉਂਕਿ ਜਿਹੜੀ ਇਹਦੀ ਸਮੱਸਿਆ ਹੋਰ ਕਈ ਹੈ ਵੀ ਇਹ ਮਹੀਨੇ ਡੇਢ ਮਹੀਨੇ 'ਚ ਤਾਂ ਕੱਟੀ ਜਾਣੀ ਹੈ, ਇਕੱਠੀ ਹੋ ਜਾਣੀ ਹੈ। ਕਿਸਾਨ ਨੂੰ ਵੀ ਸੰਭਾਲਣੀ ਔਖੀ ਹੈ, ਫਾਰਮਰ ਨੂੰ, ਤਾਂ ਉਹਨੂੰ ਇਕੱਠੀ ਕਰਕੇ ਕੁਛ ਇੰਡਸਟਰੀ ਸੰਭਾਲ ਲੈ, ਕੁਛ ਉਹ ਸੰਭਾਲ ਲੈ। ਮੈਂ ਤਾਂ ਕਹਿੰਦਾ ਆਉਣ ਵਾਲਾ ਟਾਈਮ ਇਹੋ ਜਿਹਾ ਆ ਜਾਣਾ ਵੀ ਇਹ ਤੁਹਾਡਾ ਪੈਸੇ ਮਿਲਣੇ ਤੁਹਾਨੂੰ ਇੰਡਸਟਰੀ ਤੋਂ। ਸੋ ਇਸ ਪਿੱਛੇ ਥੋੜ੍ਹੀ ਜਿਹੀ ਉਸ ਪਾਸੇ ਤੁਰਾਂਗੇ ਤੇ ਇਹ ਦੋ ਤਰੀਕੇ ਨੇ, ਇੱਕ ਉੱਥੇ ਹੀ ਗਾਲਣ ਦਾ, ਇੱਕ ਉਹਨੂੰ ਐਜ਼ ਏ ਬਾਲਣ ਵਰਤਣ ਦਾ। ਇੰਡਸਟਰੀ ਵੀ ਤਿਆਰ ਹੈ, ਪੰਜਾਬ ਸਰਕਾਰ ਵੀ ਉਹਨੂੰ ਇਨਸੈਂਟਿਵ ਦੇ ਰਹੀ ਹੈ ਵੀ ਜਿਹੜੀ ਇੰਡਸਟਰੀ ਛੇਤੀ ਇਹਨੂੰ ਆਪਣੇ ਬਾਲਣ ਵਾਸਤੇ ਵਰਤੇਗੀ ਉਹਨੂੰ ਸਬਸਿਡੀਆਂ ਮਿਲਣਗੀਆਂ ਤਾਂ ਕਿ ਇੰਡਸਟਰੀ ਤਿਆਰ ਹੋਵੇ। ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਹੈ, ਉਹ 50% ਪੈਡੀ ਦੀ ਸਟਾਰਟ ਚੁੱਕੇਗੀ, ਉਹਦੀਆਂ ਬ੍ਰਿਕਟਸ ਬਣ ਰਹੀਆਂ, ਉਹਦੇ ਬੰਡਲ ਬਣ ਰਹੇ ਨੇ, ਉਹਦਾ ਕਈ ਕੁਝ ਹੋ ਰਿਹਾ। ਸੋ ਸਾਰੇ ਰਸਤੇ ਨੇ, ਥੋੜ੍ਹੇ ਔਖੇ ਨੇ, ਪਰ ਕਿਸਾਨ ਦੇ ਨਾਲ ਖੜੇ ਹੋ ਕੇ ਸਰਕਾਰ ਖੜੀ ਹੈ, ਪੋਲਿਊਸ਼ਨ ਕੰਟਰੋਲ ਬੋਰਡ ਖੜਾ, ਕਿਸਾਨ ਨੂੰ ਵੀ ਥੋੜ੍ਹਾ ਅੱਗੇ ਵੱਧ ਕੇ ਆਉਣਾ ਚਾਹੀਦਾ। ਮੈਨੂੰ ਤਾਂ ਲੱਗਦਾ ਜਦੋਂ ਉਹਨੂੰ ਆਪੇ ਸਮਝ ਆ ਗਈ ਵੀ ਮੈਂ ਨਹੀਂ ਬਾਲਣੀ, ਮੈਂ ਉਹਦਾ ਰਸਤਾ ਉਹਨੇ ਆਪੇ ਲੱਭਣਾ, ਉਹਦੀ ਖਾਦ ਬਣ ਸਕਦੀ ਹੈ, ਉਹਦਾ ਫੋਡਰ ਬਣ ਸਕਦਾ ਹੈ, ਉਹਦਾ ਪਸ਼ੂਆਂ ਨੂੰ ਚਾਰਾ ਬਣ ਸਕਦਾ ਹੈ। ਇਹ ਕਰਨਾ ਪਏਗਾ ਤਾਂ ਹੀ ਰਸਤਾ ਹੈ। ਇੱਕ ਸਮਾਂ ਹੈਗਾ ਸੀ ਜਦੋਂ ਕਿ ਪਰਾਲੀ ਜਿਹੜੀ ਖੇਤਾਂ 'ਚੋਂ ਲਿਜਾ ਕੇ ਉਹਨੂੰ ਬਾਲਣ ਦੇ ਤੌਰ ਤੇ ਵੀ ਵਰਤੇ ਜਾਂਦਾ ਸੀ। ਘਰਾਂ ਦੀਆਂ ਛੱਤਾਂ ਵੀ ਬਣਦੀਆਂ ਸੀ ਪਰਾਲੀ ਤੋਂ। ਉਸ ਸਮੇਂ ਇੱਟਾਂ ਨਹੀਂ ਹੁੰਦੀਆਂ ਸੀ, ਸੀਮੈਂਟ ਨਹੀਂ ਹੁੰਦਾ ਸੀ, ਘਰਾਂ ਦੀਆਂ ਛੱਤਾਂ ਪਰਾਲੀ ਤੋਂ ਬਣਦੀਆਂ ਸੀ। ਉਸ ਵੇਲੇ ਕਿਸਾਨ ਆਪਣੀ ਪਰਾਲੀ ਆਪ ਹੀ ਕੰਜ਼ਿਊਮ ਕਰ ਲੈਂਦਾ ਸੀ। ਪਰ ਹੁਣ ਮਾਡਰਨ ਜ਼ਮਾਨੇ ਦੇ ਵਿੱਚ ਪਰਾਲੀ ਦਾ ਉਹ ਯੂਜ਼ ਨਹੀਂ ਰਿਹਾ। ਕਿਸਾਨ ਆਪਣੇ ਪਸ਼ੂਆਂ ਨੂੰ ਵੀ ਹਰਾ ਚਾਰਾ ਦਿੰਦਾ ਜ਼ਿਆਦਾ। ਉਸ ਤੋਂ ਬਾਅਦ ਪਰਾਲੀ ਦੇ ਯੂਜ਼ ਜਿਹੜਾ ਉਹ ਫੈਕਟਰੀ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਫੈਕਟਰੀਜ਼ ਕੁਝ ਬਾਲਣ ਦੇ ਤੌਰ ਤੇ ਯੂਜ਼ ਕਰਦੀਆਂ, ਕੁਝ ਗੱਤੇ ਦੀਆਂ ਫੈਕਟਰੀਆਂ ਵੀ ਹਨ ਜਿਨ੍ਹਾਂ ਨੂੰ ਪਰਾਲੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਗੱਤਾ ਪ੍ਰੋਡਿਊਸ ਕਰਨ ਦੇ ਲਈ, ਤੇ ਕਿ ਉਹਨਾਂ ਨਾਲ ਵੀ ਪੰਜਾਬ ਸਰਕਾਰ ਟਾਈ ਅਪਸ ਕਰ ਰਹੀ ਹੈ। ਬਿਲਕੁਲ ਠੀਕ ਹੈ। ਜਿਹੜੇ ਪੇਪਰ ਮਿਲਸ ਹੈ ਉਹਨਾਂ ਨੂੰ ਵੀ ਕਿਹਾ, ਪਰ ਉਹਨਾਂ ਨੂੰ ਹਾਲੇ ਬਾਲਣ ਵਾਸਤੇ ਕਿਹਾ। ਜਿਹੜਾ ਉਹਨਾਂ ਦੇ ਮਿਲ ਕੇ ਗੱਤਾ ਬਣਾਉਣਾ ਨਾ, ਉਹਦੇ ਨਾਲ ਕੁਝ ਸਮੱਸਿਆਵਾਂ ਨੇ, ਸ਼ਾਇਦ ਉਹ ਹਾਲੇ ਥੋੜ੍ਹਾ ਰਿਸਰਚ ਹੋਏਗੀ, ਉਹਦੀ ਸਟੱਡੀ ਹੋਏਗੀ ਵੀ ਕਿਆ ਉਹਨੂੰ ਉਹਦੇ 'ਚ ਵਰਤਿਆ ਜਾ ਸਕਦਾ। ਪਰ ਬਾਲਣ ਦੇ ਤੌਰ ਤੇ ਵਰਤਣ ਦੇ ਵਿੱਚ ਕੋਈ ਨੁਕਸਾਨ ਨਹੀਂ ਹੈ। ਹਾਂ, ਉਹਦੇ ਬੋਇਲਰਸ ਨੂੰ, ਉਹ ਜਿਹੜੀ ਚੀਜ਼ਾਂ ਉਹ ਚਾਹੇ ਉਹਨਾਂ ਨੇ ਲਗਾਏ ਨੇ, ਮਸ਼ੀਨਰੀ ਲਗਾਈ ਹੈ, ਉਹ ਕਿਸ ਤਰ੍ਹਾਂ ਉਹਦੇ 'ਚ ਲੈਣਾ, ਉਹ ਉਹਨਾਂ ਨੂੰ ਥੋੜ੍ਹੀ ਬਹੁਤੀ ਮੋਡੀਫਿਕੇਸ਼ਨ ਕਰਨੀ ਪਏਗੀ। ਤਾਂ ਮੈਂ ਕਹਿ ਰਿਹਾ ਵੀ ਹੋ ਸਕਦਾ ਇੱਕ ਅੱਧੇ ਸਾਲ 'ਚ ਉਹ ਸੈਟਿੰਗ ਉਹਨਾਂ ਦੀ ਟਾਈਮ ਲੱਗ ਜੇ। ਤਾਂ ਕਿਸਾਨ ਨੂੰ ਤੇ ਇੰਡਸਟਰੀ ਵਾਲਿਆਂ ਨੂੰ ਆਪਣਾ ਇੱਕ ਜੋੜ ਬਣਾਉਣਾ ਪਏਗਾ, ਕਿਉਂਕਿ ਉਹਨੇ ਇੰਡਸਟਰੀ ਵਾਲੇ ਨੇ ਸਾਰਾ ਸਾਲ ਉਹਨੂੰ ਬਾਲਣ ਚਾਹੀਦਾ। ਕਿਸਾਨ ਦੀ ਪਰਾਲੀ ਡੇਢ ਮਹੀਨੇ 'ਚ ਇਕੱਠੀ ਹੋ ਗਈ, ਫਿਰ ਉਹ ਉੱਥੇ ਸਟੋਰ ਕਰ ਲਏਗਾ, ਉਹ ਹੌਲੀ ਹੌਲੀ ਉਹਨੂੰ ਬਾਲਦਾ ਰਹੇਗਾ। ਇੱਕ ਹੋਰ ਫਾਰਮੂਲਾ ਹੀ ਦਿੱਤਾ ਜਿਹੜੇ ਆ ਤੁਹਾਨੂੰ ਕੀ ਰਾਈਸ ਹਸਕ ਨੂੰ ਕੀ ਕਹਿੰਦੇ ਆ, ਅਸੀਂ ਝੋਨਾ ਇਹਨੂੰ ਕਹਿੰਦੇ ਨਾ ਸੀ ਫੱਕ ਨੂੰ ਕਿਹਾ ਵੀ ਕੱਲੀ ਫੱਕ ਨਾ ਦਿਓ, ਫੱਕ ਦੇ ਨਾਲ ਪਰਾਲੀ ਨੂੰ ਜੋੜ ਲਓ, ਤੇ ਅੱਧੀ ਫੱਕ ਅੱਧੀ ਪਰਾਲੀ ਜੋੜ ਕੇ ਫਿਰ ਉਹ ਛੇਤੀ ਬੋਇਲਰ ਉਹਦੇ ਸੈੱਟ ਹੋ ਜਾਂਦੇ। ਸੋ ਉਹ ਇਹ ਤਰੀਕੇ ਲੱਭਣੇ ਪੈਣਗੇ। ਮੈਂ ਤਾਂ ਹੀ ਬਾਰ-ਬਾਰ ਕਹਿ ਰਿਹਾ, ਦੇਖੋ ਕੋਈ ਇੱਕ ਬੰਦੇ ਕੋਲ ਹੱਲ ਨਹੀਂ ਹੁੰਦਾ। ਮੈਂ ਤਾਂ ਕਹਿਣਾ ਕਿਸਾਨ ਆਪ ਇੰਨਾ ਸਮਝਦਾਰ, ਜਿਵੇਂ ਤੁਸੀਂ ਪੁਰਾਣੀ ਗੱਲਾਂ ਦੱਸੀਆਂ, ਉਹ ਪੁਰਾਣੇ ਦਾ ਆਉਣਾ ਪਏਗਾ ਵਾਪਸ। ਇਹ ਜ਼ਰੂਰੀ ਨਹੀਂ ਹੈ ਵੀ ਬਿਲਕੁਲ ਸਾਰਿਆਂ ਨੇ ਸੀਮੈਂਟ ਬਣਾਉਣਾ ਸ਼ੁਰੂ ਕਰਤਾ। ਹਾਲੇ ਵੀ ਕੁਛ ਇਹੋ ਜਿਹੇ ਤਬਕੇ ਨੇ ਜਿਹੜੇ ਛੱਤਾਂ ਇਹੋ ਜਿਹੀਆਂ ਬਣਾਉਂਦੇ ਨੇ। ਮੈਂ ਤਾਂ ਕਈ ਵਾਰੀ ਦੇਖਿਆ ਕਈ ਕੋਠੀਆਂ ਵਾਲਿਆਂ ਨੇ ਵੀ ਆਪਣੀਆਂ ਨਾ ਮਿੱਟੀ ਦੀ ਛੱਤ ਪਾਈ, ਕਿਉਂਕਿ ਉਹਨਾਂ ਨੂੰ ਸਮਝ ਆ ਗਿਆ ਵੀ ਸਾਰਾ ਦਿਨ ਏਸੀ 'ਚ ਰਵਾਂਗੇ ਨਾ ਤੇ ਪਰੇਸ਼ਾਨ ਹੋ ਜਾਵਾਂਗੇ। ਮੈਂ ਇੱਕ ਕੋਠੀ 'ਚ ਪਿੱਛੇ ਗਿਆ, ਉਹਨੇ ਐ ਸਾਈਡ 'ਤੇ ਆਪਣੀ ਨਾ ਕੱਚੀ ਛੱਤ ਪਾਈ, ਉੱਥੇ ਕੁਰਸੀਆਂ ਲਾਈਆਂ, ਟੇਬਲ ਲਾਏ, ਸਭ ਕੁਝ ਕੀਤਾ। ਸੋ ਉਹ ਵੀ ਉਹਨਾਂ ਨੂੰ ਸਮਝਾਉਣਾ ਪਏਗਾ, ਉਹਨਾਂ ਨਾਲ ਬੈਠਣਾ ਪਏਗਾ। ਜਿਹੜੀ ਮਤਲਬ ਫੋਡਰ ਦੇ ਨਾਤੇ ਉਹਨਾਂ ਦੀ ਮਤਲਬ ਪਸ਼ੂ ਦਾ ਚਾਰਾ ਉਹ ਕਿਸ ਤਰ੍ਹਾਂ ਤੁਸੀਂ ਪਹਿਲਾਂ ਕੋਸ਼ਿਸ਼ ਕਰੋ ਆਪਣੇ ਪਿੰਡ 'ਚ, ਨਹੀਂ ਤੇ ਆਲੇ ਦੁਆਲੇ ਕਰੋ। ਇਸ ਪਿੱਛੇ ਕਿ ਮੈਂ ਤਾਂ ਕਿਹਾ ਕਿਸਾਨ ਸਭ ਤੋਂ ਸਮਝਦਾਰ ਸਿਰਫ ਹੈ ਵੀ ਇੱਕ ਕੂ ਚੱਕਰ 'ਚ ਅਸੀਂ ਫਸ ਗਏ, ਉਦੋਂ ਧਿਆਨ ਨਹੀਂ ਕੀਤਾ, ਜਾਂ ਕਿਸੇ ਦੇ ਮਨ 'ਚ ਆ ਗਿਆ ਵੀ ਨਹੀਂ ਯਾਰ ਇਹਦੀ ਤਾਂ ਕੋਈ ਰਸਤਾ ਨਹੀਂ ਲੱਭ ਸਕਦਾ, ਤੇ ਇਹਨੂੰ ਨਾ ਕਿਉਂਕਿ ਸੌਖਾ ਰਸਤਾ ਬਣਾ ਲਿਆ ਵੀ ਸੌਖਾ ਵੀ ਇਹਨੂੰ ਬਾਲ ਦਈਏ, ਕਹਾਣੀ ਖਤਮ ਹੋ ਗਈ। ਹਾਲਾਂਕਿ ਉਹਦਾ ਕਿੰਨਾ ਨੁਕਸਾਨ ਹੈ ਮੈਂ ਤੁਹਾਨੂੰ ਦੱਸ ਨਹੀਂ ਰਿਹਾ। ਉਹ ਖੇਤ ਨੂੰ ਵੀ ਨੁਕਸਾਨ ਕਰ ਰਿਹਾ। ਉਹ ਤੁਹਾਡੀ ਖੇਤ ਅੱਜ ਤਾਂ ਨਹੀਂ ਤੁਹਾਨੂੰ ਪਤਾ ਲੱਗ ਰਿਹਾ, ਪਰ ਆਉਣ ਵਾਲੇ ਟਾਈਮ 'ਚ ਉਹ ਜਦੋਂ ਸਾਰਾ ਕਾਲਾਪਨ ਉਹਦੇ 'ਚ ਜਿਹੜੀ ਉਹ ਸਿਲਿਕਾ ਹੁੰਦੀ ਹੈ, ਜਿਹੜੀ ਉਹਦੀਆਂ ਹੋਰ ਇਹੋ ਜਿਹੇ ਕੈਮੀਕਲਸ ਉਹ ਜਾਣਗੇ, ਉਹਦੇ 'ਚ ਜਿਹੜੇ ਤੁਹਾਡੇ ਅੱਛੇ ਜੀਵਾਣੂ ਹੈ ਉਹ ਮਰ ਜਾਣਗੇ। ਜੀਵਾਣੂ ਦੇ ਨਾਲ ਖੇਤੀ ਹੁੰਦੀ ਹੈ। ਸੋ ਇਹ ਗੱਲਾਂ ਸਭ ਥੋੜ੍ਹੀਆਂ ਸਮਝਾਂਗੇ, ਥੋੜ੍ਹਾ ਕਿਸਾਨ ਦੇ ਨਾਲ ਖੜਾ ਹੋਵਾਂਗੇ। ਸਾਰਾ ਵਿਭਾਗ, ਸਾਰੇ ਡਿਪਾਰਟਮੈਂਟ ਉਹਦੇ ਨਾਲ ਖੜੇ ਨੇ, ਔਰ ਮਿਲ ਜੁਲ ਕੇ ਅਸੀਂ ਇਸ ਨੂੰ ਅੱਗੇ ਲਿਜਾਵਾਂਗੇ। ਅਤੇ ਮੈਨੂੰ ਲੱਗਦਾ ਆਉਣ ਵਾਲਾ ਟਾਈਮ ਦੇ ਵਿੱਚ ਜਿਵੇਂ ਮੈਂ ਕਹਿ ਰਿਹਾ ਵੀ ਪਰਾਲੀ ਹੋ ਸਕਦਾ ਵਿਕੇ, ਉਹ ਮਿਲੇ ਹੀ ਨਾ ਜਦੋਂ ਇਹ ਕੰਮ ਸ਼ੁਰੂ ਹੋ ਗਿਆ। ਸੋ ਇਹ ਸ਼ੁਰੂਆਤ ਸ਼ੈੱਡ ਦੀ ਗੱਲ ਕੀਤੀ ਤੇ ਸ਼ੈੱਡ ਦੇ ਵਿੱਚ ਕੁਝ ਏਰੀਆ ਦੇ ਵਿੱਚ ਦੇਖਿਆ ਗਿਆ ਹੈ ਕਿ ਲੋਹੇ ਦੀ ਸ਼ੈੱਡ ਪੈਂਦੀ ਗਈ ਹੈ।
ਲੋਹੇ ਦੀ ਸ਼ੈੱਡ ਕਾਫੀ ਤਪਦੀ ਰਹਿੰਦੀ ਹੈ, ਜਿਹੜੇ ਕਿ ਲੋਕੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਪਸ਼ੂਆਂ ਨੂੰ ਸ਼ੈੱਡ ਦੇ ਥੱਲੇ ਰੱਖਣ ਦੇ ਲਈ ਲੋਹੇ ਦੀ ਜਾਂ ਸੀਮਿੰਟ ਦੀ ਸ਼ੈੱਡ ਬਣਾਉਂਦੇ ਹਨ। ਤੇ ਲੋਹੇ ਦੀ ਸੀਮਿੰਟ ਦੀ ਸ਼ੈੱਡ ਦੇ ਉੱਤੇ ਅਗਰ ਜੇ ਪਰਾਲੀ ਦਾ ਉੱਤੇ ਇੱਕ ਲੇਅਰ ਬਣਾ ਦਿੱਤੀ ਜਾਵੇ ਤੇ ਉਹ ਤਪੇਗੀ ਨਹੀਂ, ਤੇ ਪਸ਼ੂ ਵੀ ਉਹਦੇ ਨਾਲ ਜ਼ਿਆਦਾ ਸੁਖਾਵਾਂ ਜੀਵਨ ਜੀ ਸਕਦੇ ਹਨ। ਤੁਸੀਂ ਦੇਖੋ, ਤੁਸੀਂ ਹਾਲਾਂਕਿ ਤੁਹਾਡੀ ਪਤਾ ਨਹੀਂ ਖੇਤੀ 'ਚ, ਮੈਨੂੰ ਵੀ ਨਹੀਂ, ਪਰ ਤੁਸੀਂ ਇੱਕਦਮ ਛੋਟੀ ਸੁਣੀ ਹੈ ਤੇ ਕਿਸਾਨ ਨੂੰ ਜ਼ਿਆਦਾ ਪਤਾ ਹੈ। ਤੇ ਜਦੋਂ ਅਸਲ 'ਚ ਕਿਸੇ ਨੂੰ ਹੋ ਸਕਦਾ ਉਹਨੇ ਸੋਚਿਆ ਨਾ ਵੀ ਪਰਾਲੀ ਦੀ ਜਿਹੜੀ ਹੈ ਕੱਚੀ ਛੱਤ ਹੈ, ਸਾਲ 2 ਸਾਲ ਬਾਅਦ ਉਹਨੇ ਪੱਕੀ ਬਣਾ ਲਈ, ਜਾਂ ਅਸਲ 'ਚ ਕੀ ਇਹ ਕਿਸਾਨ ਕੋਲ ਵੀ ਲੋਕ ਆਉਂਦੇ ਨਹੀਂ ਜੀ ਇਹ ਪੱਕਾ ਕੰਮ ਕਰ ਲਓ, ਪਲਾਸਟਿਕ ਵਰਤ ਲਓ, ਸ਼ੀਟ ਪਾ ਲਓ, ਤੇ ਉਹ ਵੀ ਇਨਸਾਨ ਹੀ ਆ, ਉਹ ਵੀ ਗੱਲ ਫਿਰ ਸੋਚਦਾ ਵੀ ਨਹੀਂ। ਤੇ ਮੈਨੂੰ ਕਿਸਾਨ ਨੂੰ ਵੀ ਮੈਂ ਪ੍ਰਾਰਥਨਾ ਕਰਦਾ ਵੀ ਉਹ ਆਪਣੇ ਸਗੋਂ 2 ਫਾਇਦੇ ਹੋ ਗਏ, ਉਹਦੀ ਆਪਣੀ ਜਿਹੜੀ ਚੀਜ਼ ਖਰਾਬ ਹੋ ਰਹੀ ਸੀ ਜਾਂ ਜਿਹਨੂੰ ਸੁੱਟਣਾ ਪੈ ਰਿਹਾ ਸੀ, ਜਿਹਨੂੰ ਬਾਲਣਾ ਪੈ ਰਿਹਾ, ਉਹ ਵਰਤੀ ਗਈ ਤੇ ਇੱਕ ਚੀਜ਼ ਵੀ ਚੰਗੀ ਬਣ ਗਈ ਤੇ ਖਰਚਾ ਵੀ ਕੋਈ ਨਹੀਂ ਹੋਇਆ। ਸੋ ਇਸ ਪਿੱਛੇ ਮੈਂ ਬਾਰ-ਬਾਰ ਕਹਿ ਰਿਹਾ, ਮੈਂ ਤਾਂ ਸੋ ਕਹਿ ਰਿਹਾ ਵੀ ਹੋ ਸਕਦਾ ਮੇਰੇ ਕੋਲ, ਮੈਂ ਸਾਇੰਟਿਸਟ ਹਾਂ, ਵਿਗਿਆਨਿਕ ਹਾਂ, ਅਫਸਰ ਹਾਂ, ਹੋ ਸਕਦਾ ਮੈਨੂੰ ਜਿਹੜਾ ਉੱਥੇ ਕੰਮ ਕਰ ਰਿਹਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਇਸ ਤਰ੍ਹਾਂ ਦੇ ਉਹਨਾਂ ਕੋਲ 50 ਸੋਲੂਸ਼ਨ ਹੋ ਸਕਦੇ ਵੀ ਪਰਾਲੀ ਨੂੰ ਕਿੱਥੇ ਵਰਤਣਾ, ਥੱਲੇ ਵਿਛਾਣਾ, ਉੱਪਰ ਕਰਨਾ, ਬਣਾਉਣਾ ਕਰਨਾ, ਇਹ ਲੱਭਣਾ ਪਏਗਾ। ਇੱਕ ਵਾਰੀ ਉਹਨੂੰ ਮਨ ਬਣਾਉਣਾ ਵੀ ਮੈਂ ਸਾੜਨੀ ਨਹੀਂ ਹੈ। ਤੇ ਕਿਸਾਨ ਨੂੰ ਇਸ ਚੀਜ਼ ਦਾ ਇੱਕ ਆਈਡੀਆ ਦੇਣਾ, ਕਿਸਾਨ ਨੂੰ ਇਸ ਚੀਜ਼ ਦੇ ਲਈ ਅਵੇਅਰ ਕਰਨਾ, ਅਵੇਅਰ ਕਰਨ ਦੇ ਲਈ ਪੰਜਾਬ ਸਰਕਾਰ ਕਿਸ ਮਾਧਿਅਮ ਦਾ, ਕਿਸ ਤਰ੍ਹਾਂ ਇਹ ਆਪਣਾ ਕੈਂਪੇਨ ਚਲਾ ਰਹੀ ਹੈ। ਹੁਣ ਤੁਸੀਂ ਮੈਂ ਦੋ ਦੱਸੀਆਂ ਸੀ ਵੀ ਅਸੀਂ ਇਹ ਤਾਂ ਤੁਹਾਨੂੰ ਇੱਥੇ ਗੱਲਬਾਤ ਕੀਤੀ, ਉਸ ਤੋਂ ਇਲਾਵਾ ਸਾਰੇ ਡਿਪਾਰਟਮੈਂਟ, ਐਗਰੀਕਲਚਰ ਵੀ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੀ, ਅਸੀਂ 23 ਜ਼ਿਲ੍ਹਿਆਂ 'ਚ ਇੱਕ ਰੋਜ਼ ਵੈਨ ਚਲਾ ਰਹੇ ਹਾਂ, ਔਰ ਵੈਨ ਜਾ ਰਹੀ ਹਰ ਪਿੰਡ 'ਚ ਜਾ ਰਹੀ ਹੈ, ਜਿੱਥੇ ਲਗਭਗ ਜਿਹੜੀਆਂ ਗੱਲਾਂ ਕੀਤੀਆਂ ਉਹ ਸਾਰੀਆਂ ਦੱਸੀਆਂ ਜਾ ਰਹੀਆਂ ਵੀ ਕਿਵੇਂ ਸੰਭਾਲ ਕਰਨੀ ਹੈ, ਕਿਸਾਨ ਨੂੰ ਜਾਗਰਤ ਕਰਨਾ। ਜਿਹੜਾ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਹੈ ਉਹ ਸਾਰੇ ਬੱਚਿਆਂ ਨੂੰ ਦੱਸ ਰਿਹਾ, ਜਿਸ ਤਰ੍ਹਾਂ ਅੱਜ ਵੀ ਕੋਈ ਛੋਟੇ-ਮੋਟੇ ਪ੍ਰੋਗਰਾਮ ਹੋ ਰਹੇ, ਉਹ ਪ੍ਰੋਗਰਾਮਾਂ 'ਚ ਬਾਰ-ਬਾਰ ਇਹ ਗੱਲਬਾਤ ਕਰ ਰਹੀ ਹੈ। ਮੈਂ ਤਾਂ ਹੀ ਪਹਿਲੀ ਗੱਲ ਸ਼ੁਰੂ ਕੀਤੀ, ਕਿਸਾਨ ਦੇ ਨਾਲ ਬੈਠਣਾ ਪਏਗਾ, ਹੈ ਨਾ, ਉਹਨਾਂ ਨਾਲ ਗੱਲਬਾਤ, ਕਿਉਂਕਿ ਉਹ ਮਨ 'ਚ ਇੱਕ ਵਾਰੀ, ਕਿਉਂਕਿ 2-3 ਸਾਲ ਲਗਾਤਾਰ ਉਹ ਕਿਤੇ ਜਦੋਂ ਕੰਬਾਈਨ ਜਦੋਂ ਆਈਆਂ ਸ਼ੁਰੂ ਹੋਈਆਂ, ਮਕੈਨੀਕਲ ਹਾਰਵੈਸਟਿੰਗ ਹੋਈ, ਇੱਕਦਮ ਉਹਦਾ ਸੋਲੂਸ਼ਨ ਨਹੀਂ ਲੱਭਿਆ, ਚਲੋ ਬਾਲ ਦਿਓ, ਤੇ ਉਹ ਪਹਿਲੇ ਬਲਣ ਲੱਗਿਆ, ਥੋੜ੍ਹੀ ਬਲਦੀ ਸੀ, ਜਦੋਂ ਸਾਰੇ ਫਿਰ ਉਹ ਭੰਬੜ ਬਣ ਗਿਆ। ਤਾਂ ਉਹ ਚੀਜ਼ਾਂ ਦੀ ਜਾਗ੍ਰਿਤੀ ਉਹ ਚੱਲ ਰਹੀ ਹੈ। ਇਹੋ ਜਿਹੀ ਇੱਕ ਅਸੀਂ ਫਿਰ ਹੁਣ ਤੀਜਾ ਕਾਨੂੰਨ ਵੀ ਹੁੰਦਾ, ਤੁਸੀਂ ਜਾਗ੍ਰਿਤੀ ਦੀ ਬਹੁਤ ਪ੍ਰੋਗਰਾਮ ਚੱਲ ਰਹੇ, ਸਾਡੇ ਬੈਨਰਸ ਲੱਗੇ ਨੇ, ਜਿਹੜੀ ਪੰਚਾਇਤ ਘਰ ਹੈ ਉੱਥੇ ਜਾ ਕੇ ਬੈਠ ਰਹੇ ਆ, ਉਹਨਾਂ ਨਾਲ ਗੱਲਬਾਤ ਕਰ ਰਹੇ ਆ, ਸਾਰੇ PAU ਐਗਰੀਕਲਚਰ ਵਿਭਾਗ ਸਭ ਲੱਗੇ ਹੋਏ ਨੇ, ਔਰ ਤੁਸੀਂ ਦੇਖਦੇ ਪਏ ਪ੍ਰੋਗਰਾਮ ਵੀ ਹੋ ਰਹੇ ਨੇ। ਤਾਂ ਹੁਣ ਫਿਰ ਉਹਦੇ 'ਚ ਮੈਂ ਥੋੜ੍ਹਾ ਕਿਸਾਨ ਨੂੰ ਰਿਕੁਐਸਟ ਵੀ ਕਰਾਂਗਾ, ਜਾਗ੍ਰਿਤੀ ਵੀ ਕਰਾਂਗਾ, ਪਰ ਦੇਖੋ ਤੀਜਾ ਕਾਨੂੰਨ ਹੈ, ਫਿਰ ਦੇਖੋ ਕਈ ਚੀਜ਼ਾਂ ਦੀ ਪ੍ਰਾਰਥਨਾ ਹੋ ਸਕਦੀ ਹੈ, ਤੁਹਾਡੇ ਨਾਲ ਖੜੇ ਹੋਣ ਦੀ ਰਸਤਾ ਹੋ ਸਕਦਾ, ਪਰ ਕਈ ਫਿਰ ਵਿੱਚੋਂ ਕਈ ਕਹਿੰਦੇ ਨੇ 2-4-10% ਇਹੋ ਜਿਹੇ ਹੁੰਦੇ, ਨਹੀਂ ਜੀ ਯਾਰ ਕੀ ਫਾਇਦਾ, ਕੀ ਫਰਕ ਪੈਂਦਾ, ਐਵੇਂ ਇਹ ਤੇ ਲੰਬੀਆਂ ਗੱਲਾਂ ਨੇ। ਦੇਖੋ ਚੰਗਾ ਰਸਤਾ ਹਮੇਸ਼ਾ ਲੰਬਾ ਹੁੰਦਾ, ਤੁਸੀਂ ਕਹੋ ਜੀ, ਤੇ ਉਹਦੇ ਵਾਸਤੇ ਫਿਰ ਕਾਨੂੰਨ ਹੈ। ਕਾਨੂੰਨ ਦਾ ਨਾਤੇ ਮੈਂ ਕਿਸਾਨ ਨੂੰ ਜਾਗਰਤ ਵੀ ਕਰਦਾ, ਥੋੜ੍ਹੀ ਜਿਹੜੀ ਮਤਲਬ ਸਮਝਾਉਣ ਦੀ ਵੀ ਕੋਸ਼ਿਸ਼ ਕਰ ਰਿਹਾ, ਤੇ ਥੋੜ੍ਹਾ ਜਿਹਾ ਦੱਸ ਵੀ ਰਿਹਾ ਵੀ ਫਸ ਜਾਓਗੇ। ਕਾਨੂੰਨ ਕੀ ਬਣ ਗਿਆ, ਅੱਗੇ ਤਾਂ ਹੁੰਦਾ ਸੀ ਤੁਹਾਡੀ ਜਾ ਕੇ ਚੈਕਿੰਗ ਕਰੇਗਾ, ਦੇਖੇਗਾ, ਤੁਸੀਂ ਕਹੋ ਜੀ ਮੈਨੂੰ ਤਾਂ ਪਤਾ ਨਹੀਂ ਕੌਣ ਲਾ ਗਿਆ। ਹੁਣ ਸੈਟੇਲਾਈਟ ਦੇ ਥਰੂ ਪਿਕਚਰ ਆ ਜਾਏਗੀ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਹੈ PAU ਦੇ ਅੰਦਰ, ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਰਲ ਕੇ ਇੱਕ ਜਿਹਨੂੰ ਅਸੀਂ ਐਪਲੀਕੇਸ਼ਨ ਕਹਿੰਦੇ ਹਾਂ ਨਾ, ਤੁਸੀਂ ਹੁਣ ਖਾਣਾ ਆਰਡਰ ਦੇ ਦਿੰਦੇ ਹੋ ਆਨਲਾਈਨ, ਸਮਾਨ ਆਨਲਾਈਨ ਆ ਜਾਂਦਾ, ਉਹ ਸਾਰਾ ਕੁਝ ਸੈਟੇਲਾਈਟ ਦੇ ਵਿੱਚ ਜੁੜ ਜਾਂਦਾ। ਤੁਸੀਂ ਸੈਟੇਲਾਈਟ ਦੀ ਗੱਲ ਕਰ ਰਹੇ ਹੋ, ਤੇ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਦੀ ਪਰਾਲੀ ਦੀ ਦਿੱਕਤ ਨਾ ਸਿਰਫ ਦਿੱਲੀ ਨੂੰ ਹੀ, ਈਵਨ ਕਿ ਅਮਰੀਕਾ ਤੱਕ ਨੇ ਵੀ ਇਸ ਤੇ ਸਵਾਲ ਚੁੱਕੇ ਸੀ ਕਿ ਪੰਜਾਬ ਦਾ ਪੋਲਿਊਸ਼ਨ ਅਮਰੀਕਾ ਤੱਕ ਆ ਰਿਹਾ, ਪੰਜਾਬ ਦੀ ਫੱਕ ਅਮਰੀਕਾ ਤੱਕ ਉੱਡ ਕੇ ਆ ਰਹੀ ਹੈ, ਤੇ ਉਹਨਾਂ ਨੇ ਪੰਜਾਬ ਨੂੰ ਨੋਟੀਫਿਕੇਸ਼ਨ ਵੀ ਦਿੱਤੀ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਪੰਜਾਬ ਦੇ ਵਿੱਚ ਕਿੱਥੇ ਪਰਾਲੀ ਸਾਰੀ ਜਾ ਰਹੀ ਹੈ, ਉਸ ਦੇ ਵਿੱਚ ਹੈਲਪ ਵੀ ਕਰਨ ਨੂੰ ਰੈਡੀ ਸੀ ਪੰਜਾਬ, ਹਿੰਦੁਸਤਾਨ ਦੀ ਕਿੱਥੇ ਪਰਾਲੀ ਸਾਰੀ ਜਾ ਰਹੀ ਹੈ। ਉਸ ਚੀਜ਼ ਨੂੰ ਲੈ ਕੇ ਵੀ ਸਰਕਾਰ ਜੁਆਇੰਟ ਸੈਟੇਲਾਈਟ ਯੂਜ਼ ਕਰ ਰਹੀ ਹੈ। ਬਿਲਕੁਲ ਸੈਟੇਲਾਈਟ ਦਾ ਦੱਸ ਰਿਹਾ ਨਾ, ਉਹਦੇ ਜਾਣਕਾਰੀ ਤੇ ਨਜ਼ਰ ਆ ਰਹੀ ਹੈ, ਉਹਦੇ ਕੋਈ ਜਾਣਕਾਰੀ ਲੈ ਕੇ ਮੈਂ ਜਿਹੜੀ ਜਾਣਕਾਰੀ ਕਹਿ ਰਿਹਾ ਉਹਦਾ ਇਹ ਫਾਇਦਾ ਹੈ ਵੀ ਕੱਲ ਨੂੰ ਕਈ ਵਾਰ ਕੋਈ ਮੁੱਕਰ ਜਾਂਦਾ ਜਾਂ ਕਹਿੰਦਾ ਜੀ ਮੇਰੀ ਕਿਹੜੀ ਚੈਕਿੰਗ ਹੈ, ਮੇਰੇ ਕੋਲ ਕਿਹੜਾ ਪੁਲਿਸ ਚੈੱਕ ਕਰਨ ਆਈ ਹੈ, ਉਹ ਸੜ ਗਈ ਜੀ, ਪਤਾ ਨਹੀਂ ਕਾਪੇ ਅੱਗ ਲੱਗ ਗਈ, ਤੇ ਉਹ ਸੈਟੇਲਾਈਟ ਦੇ ਥਰੂ ਪਿਕਚਰ ਚੱਲ ਜਾਏਗੀ, ਉਹਦਾ ਲੌਂਗੀਟਿਊਡ ਲੈਟੀਟਿਊਡ ਜ਼ਮੀਨ ਕਿੱਥੇ ਹੈ, ਕਿੰਨੇ ਦੀ ਹੈ, ਉਹ ਡਾਟਾ ਸਾਰਾ ਕੈਲਕੂਲੇਟ ਹੋ ਕੇ ਆ ਜਾਏਗਾ। ਉਹ ਐਪ ਬਣੀ ਹੋਈ ਹੈ, ਉਹ ਐਪ ਦੇ ਅੰਦਰ ਹਰ ਰੋਜ਼ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ ਰੀਜਨਲ ਆਫਿਸਰਸ ਨੇ ਉਹਨਾਂ 'ਚੋਂ ਪਹੁੰਚ ਜਾਂਦੀ ਪਈ ਹੈ, ਉਹ ਰਿਮੋਟ ਸੈਂਸਿੰਗ ਵਾਲਿਆਂ ਕੋਲ ਵੀ ਚੱਲ ਜਾਂਦੀ ਹੈ, ਫਿਰ ਉਹ ਜਿਹੜਾ ਲੋਕਲ ਗਵਰਨਮੈਂਟ ਹੈ ਉਹਨਾਂ ਕੋਲ ਚੱਲ ਜਾਂਦੀ ਹੈ, ਫਿਰ ਪੁਲਿਸ ਕੋਲ ਚੱਲ ਜਾਂਦੀ ਹੈ, ਫਿਰ ਉਹ ਸਾਰਾ ਡਾਟਾ ਐਨਾਲਿਸਿਸ ਹੋ ਜਾਂਦਾ। ਹਾਰ ਕੇ ਉਹਦੇ ਉੱਤੇ ਫਿਰ ਲੱਗਦਾ ਹੈ ਇਨਵਾਇਰਨਮੈਂਟ ਕੰਪਨਸੇਸ਼ਨ, ਫਾਈਨ ਕਹਿ ਲਓ, ਜਿਵੇਂ ਤੁਸੀਂ ਰੈੱਡ ਲਾਈਟ ਕ੍ਰਾਸ ਕੀਤੀ ਹੈ, ਦੇਖੋ ਤੁਸੀਂ ਚੰਡੀਗੜ੍ਹ ਜਾਓ, ਅੱਗੇ ਤਾਂ ਹੁੰਦਾ ਸੀ ਤੁਸੀਂ ਮੈਂ ਰੈੱਡ ਲਾਈਟ ਕੀਤੀ ਨਹੀਂ ਜੀ, ਤੁਸੀਂ ਐਵੇਂ ਝੂਠਾ ਕਹੀ ਜਾਂਦੇ, ਹੁਣ ਕੀ ਉੱਥੇ ਮੀਟਰ ਲੱਗੇ ਨੇ, ਉਹ ਤੁਹਾਡੀ ਗੱਡੀ ਦਾ ਨੰਬਰ, ਤੁਹਾਡੀ ਸਪੀਡ, ਤੁਹਾਡਾ ਰੈੱਡ ਲਾਈਟ ਆਪੇ ਆ ਜਾਣਾ, ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ, ਚਲਾਨ ਤੁਹਾਡੇ ਘਰ ਆ ਜਾਣਾ। ਸੋ ਇਸੇ ਤਰ੍ਹਾਂ ਦਾ ਚਲਾਨ ਸਿਸਟਮ ਬਣ ਚੁੱਕਾ ਹੈ। ਮੈਂ ਕਿਸਾਨ ਨੂੰ ਥੋੜ੍ਹੀ ਹਦਾਇਤ ਵੀ ਦੇਣਾ ਚਾਹੁੰਦਾ, ਥੋੜ੍ਹਾ ਇਹ ਵੀ ਸੰਭਾਲਣਾ ਚਾਹੁੰਦਾ ਵੀ ਕਈ ਵਾਰੀ ਸੋਚਦਾ ਨਹੀਂ ਯਾਰ ਕੋਈ ਨਹੀਂ, ਕਾਨੂੰਨ ਜਿਹਦਾ ਕੀ ਫਰਕ ਪੈਣਾ, ਪਰ ਉਹਦੇ ਤੁਹਾਨੂੰ ਫਾਈਨ ਪੈ ਜਾਣਾ, ਤੁਹਾਡਾ ਨੁਕਸਾਨ ਹੋ ਜਾਣਾ, ਉਹਦੇ ਜੁਰਮਾਨਾ, ਉਹਨੂੰ ਇਨਵਾਇਰਨਮੈਂਟ ਕੰਪਨਸੇਸ਼ਨ ਕਹਿੰਦੇ ਆ। ਚਲੋ ਤੁਸੀਂ ਬੰਦਾ ਕਈ ਵਾਰ ਕਹਿੰਦਾ ਠੀਕ ਹੈ ਯਾਰ ਜੁਰਮਾਨਾ ਦੇ ਦਾਂਗੇ, ਹੋ ਜਾਏਗਾ, ਕੀ ਹੈ ਪਤਾ ਨਹੀਂ, ਇੱਥੇ ਤਾਂ ਮੇਰੇ ਲੱਖਾਂ ਲੱਗ ਗਏ, ਹਾਲਾਂਕਿ ਕੋਈ ਨਹੀਂ ਹੈ, ਉਹ ਲੱਖਾਂ ਤੁਹਾਨੂੰ ਦੇਖਣ 'ਚ ਲੱਗ ਰਿਹਾ, ਪਰ ਸਾਰਾ ਲੰਬੇ ਸਮੇਂ ਤੁਸੀਂ ਬੱਚਿਆਂ ਨੂੰ ਵੀ ਖਰਾਬ ਕਰ ਰਹੇ ਹੋ, ਪਿੰਡ ਨੂੰ ਵੀ ਖਰਾਬ। ਮੈਂ ਬਾਰ-ਬਾਰ ਕਹਿ ਰਿਹਾ
ਤੁਸੀਂ ਕਹਿਣਾ ਜੀ ਪਤਾ ਨਹੀਂ ਰਿਪੀਟ ਕਰੀ ਜਾਂਦੇ ਗੱਲਾਂ, ਕਿਉਂਕਿ ਜਿੰਨ ਤੱਕ ਮੈਂ ਐਜ਼ ਅ ਕਿਸਾਨ ਨਹੀਂ ਸਮਝਾਂਗਾ ਨਾ, ਕਾਨੂੰਨ ਆ ਕੇ ਵੀ ਤੁਹਾਨੂੰ ਡਰਾ ਸਕਦਾ ਹੈ, ਤੁਹਾਨੂੰ ਇਸ ਤਰ੍ਹਾਂ ਕਰ ਸਕਦਾ, ਪਰ ਜਦੋਂ ਤੁਹਾਡੇ ਦਿਲੋਂ ਆਵਾਜ਼ ਆਏਗੀ ਨਾ ਵੀ ਮੈਂ ਇਹ ਕੰਮ ਨਹੀਂ ਕਰਨਾ, ਇਹਦਾ ਰਸਤਾ ਲੱਭ ਜਾਗੇ। ਔਰ ਮੈਨੂੰ ਤਾਂ ਲੱਗਦਾ ਕਿਸਾਨ ਇਸ ਤੋਂ, ਜਿਵੇਂ ਤੁਸੀਂ ਖੁਦ ਦੱਸ ਰਹੇ ਹੋ, ਕਿਸਾਨ ਇਸ ਤੋਂ ਵੱਧ ਰਸਤਾ ਵਧੀਆ ਲੱਭ ਸਕਦਾ। ਉਹਨੂੰ ਸਭ ਪਤਾ ਵੀ ਪਰਾਲੀ ਕਿੱਥੇ ਵਰਤੀ ਜਾ ਸਕਦੀ ਹੈ। ਥੋੜ੍ਹਾ ਟਾਈਮ ਜ਼ਰੂਰ ਲੱਗੇਗਾ, ਔਖਾ ਜ਼ਰੂਰ ਹੈ, ਪਰ ਉਹਦੇ ਨਾਲ ਕੁਦਰਤ ਬਚਦੀ ਹੈ, ਪੰਜਾਬ ਬਚਦਾ ਹੈ, ਅੱਗ ਤੋਂ ਬਚਦੇ ਸਾਡੇ ਬੱਚੇ ਬਚਦੇ, ਸਾਡੀ ਆਉਣ ਵਾਲੀ ਜਨਰੇਸ਼ਨ ਬਚਦੀ ਹੈ, ਸਾਡੀ ਧਰਤੀ ਮਾਂ ਬਚਦੀ ਹੈ। ਖੇਤੀ ਕੀ ਪੰਜਾਬ ਕਿਸਾਨ ਵਾਸਤੇ ਧਰਤੀ ਦੇ ਮਾਂ ਹੀ ਹੈ ਨਾ, ਜਿੱਥੋਂ ਅਸੀਂ ਅੰਨ ਲੈ ਰਹੇ, ਉਹਦੇ ਵਾਸਤੇ ਤੇ ਉਹਦੀ ਫਸਲ ਹੈ, ਉਹਦੇ ਅਸੀਂ ਕਿਉਂ ਅੱਗ ਲਾਈਏ? ਮੈਂ ਤਾਂ ਕਹਿੰਦਾ ਕਿਸੇ ਵੀ ਕੂੜੇ ਕਰਕਟ ਨੂੰ, ਕਿਸੇ ਵੀ ਪਲਾਸਟਿਕ ਨੂੰ, ਕਿਸੇ ਵੀ ਸ਼ਹਿਰਾਂ ਨਾਲ ਮੈਂ ਅਪੀਲ ਕਰਦਾ ਵੀ ਕੂੜੇ ਨੂੰ ਵੈਸੇ ਰੱਖ ਦਿਓ, ਦਬਾ ਦਿਓ, ਸਭ ਤੋਂ ਚੰਗਾ। ਅੱਗ ਲਾਓਗੇ ਤੇ ਹੋਰ ਜ਼ਿਆਦਾ ਉਹਦਾ ਨੁਕਸਾਨ ਆਉਣ ਵਾਲੀਆਂ ਜਨਰੇਸ਼ਨਸ ਨੂੰ ਕਰ ਰਹੇ ਹੋ। ਤੇ ਲਾਸਟ ਇਹ ਹੈ, ਜੇ ਤੁਸੀਂ ਫਾਈਨ ਵੀ ਕਹੋਗੇ ਜੀ ਨਹੀਂ ਤੇ ਤੁਹਾਡੀ ਰੈੱਡ ਐਂਟਰੀ ਹੋ ਜਾਣੀ, ਉਹ ਜਾ ਕੇ ਪਹੁੰਚ ਜਾਣੀ ਹੈ ਜਿਹੜੇ ਪਟਵਾਰੀ ਕੋਲ ਇਨਫੋਰਮੇਸ਼ਨ, ਉਹ ਸਾਰੀ ਜ਼ਮੀਨ ਦਾ ਡਾਟਾ ਉਹਨਾਂ ਕੋਲ ਪਹੁੰਚ ਜਾਣਾ। ਫਿਰ ਹਾਰ ਕੇ ਜੇ ਤੁਸੀਂ ਉੱਥੇ ਵੀ ਨਹੀਂ ਮੰਨੋਗੇ ਤੇ ਉਹ ਰੈੱਡ ਐਂਟਰੀ, ਜਿਹਨੂੰ ਉੱਥੇ ਝੋਨਾ ਸਾੜ ਪੰਜਾਬੀ 'ਚ ਲਿਖਿਆ ਜਾਣਾ, ਜਦੋਂ ਰੈੱਡ ਐਂਟਰੀ ਹੋ ਗਈ ਨਾ ਤੁਸੀਂ ਜ਼ਮੀਨ ਵੇਚ ਸਕਦੇ ਹੋ ਜਾਂ ਜ਼ਮੀਨ ਖਰੀਦ ਸਕਦੇ ਹੋ। ਤੇ ਇਹ ਫਿਰ ਕਿਉਂਕਿ ਉਸ ਸਮੇਂ ਨਹੀਂ ਪਤਾ ਲੱਗੇਗਾ, ਉਸ ਸਮੇਂ ਬੰਦਾ ਕਹਿੰਦਾ ਯਾਰ ਕੋਈ ਨਹੀਂ, ਨਾਲ ਦੇ ਨੇ ਸਾੜੀ ਸੀ, ਉਹਨੇ ਸਾੜੀ ਸੀ, ਪਿਛਲੇ ਸਾਲ ਵੀ ਸਾੜੀ ਸੀ। ਸੋ ਆਉਣ ਵਾਲਾ ਸਮੇਂ ਔਖਾ ਵੀ ਹੈ ਤੇ ਕਾਨੂੰਨ ਵੀ ਤਿਆਰ ਹੈ, ਔਰ ਇਹੋ ਜਿਹੀਆਂ ਜਿਹੜੀਆਂ ਇਨਫੋਰਮੇਸ਼ਨ ਟੈਕਨੋਲੋਜੀ ਦਾ ਫਾਇਦਾ ਵੀ ਦੇਖੋ ਸਰਕਾਰ ਨੇ ਲੈਣਾ ਹੈ, ਅਸੀਂ ਵੀ, ਕਿਉਂਕਿ ਰੋਕਣਾ ਵੀ ਜ਼ਰੂਰੀ ਹੈ। ਤੇ ਮੇਰਾ ਕਹਿਣ ਦਾ ਮਤਲਬ, ਜਿਹਨੂੰ ਮੈਂ ਕਹਿੰਦਾ ਵੀ ਕਾਨੂੰਨ ਦੀ ਜਾਂ ਡਰਾਉਣ ਦੀ ਦਿੱਕਤ ਹੀ ਨਾ ਆਵੇ, ਜਦੋਂ ਮੈਂ ਹੀ ਸਮਝ ਜਾਵਾਂਗਾ ਮੇਰੀ ਧਰਤੀ, ਮੇਰਾ ਵਾਤਾਵਰਣ, ਮੇਰਾ ਹਵਾ, ਮੇਰਾ ਹੈ ਨਾ, ਤਾਂ ਉਹ ਮੇਰੀ ਬਾਰ-ਬਾਰ ਪ੍ਰਾਰਥਨਾ ਹੈ। ਮੈਂ ਤਾਂ ਜਾਣਕਾਰੀ ਵਾਸਤੇ ਦੱਸ ਰਿਹਾ ਬਈ, ਨਹੀਂ ਤੇ ਫਿਰ ਕੱਲ੍ਹ ਨੂੰ ਫਾਈਨ ਪੈ ਗਿਆ, ਝੋਨਾ ਸਾੜ ਦੀ ਰੈੱਡ ਐਂਟਰੀ ਹੋ ਗਈ, ਤੇ ਫਿਰ ਸਮੱਸਿਆ ਜਿਹੜਾ ਨਾ ਉਹਦਾ ਹੱਲ ਲੱਭਣਾ ਔਖਾ ਹੋ ਜਾਏਗਾ। ਇਸ ਪਿੱਛੇ ਉਸ ਪਾਸੇ ਨਾ ਚੱਲੀਏ, ਜਾਂ ਉੱਥੇ ਹੀ ਉਹਨੂੰ ਬਾਲ ਲਈਏ, ਜਾਂ ਉਹਨੂੰ ਬਾਲਣ ਦੇ ਤੌਰ 'ਤੇ, ਖੇਤ ਆਪਣਾ ਫੋਡਰ ਦੇ ਤੌਰ 'ਤੇ, ਜਾਂ ਉਹਦੀ ਖਾਦ ਬਣਾਉਣ ਦੇ ਤੌਰ 'ਤੇ ਉਹਨੂੰ ਵਰਤਿਆ ਜਾ ਸਕਦਾ। ਤੇ ਪਰਾਲੀ ਨੂੰ ਵਰਤਿਆ ਜਾ ਸਕਦਾ ਹੈ। ਤੇ ਐਸਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਡਾਕਟਰ ਅਰਸ਼ਪਾਲ ਜੀ, ਜਿਨ੍ਹਾਂ ਨੇ ਪਰਾਲੀ ਨੂੰ ਨਾ ਸਾੜਨ ਤੇ ਪਰਾਲੀ ਨੂੰ ਵਰਤਣ ਦੇ ਤਰੀਕੇ ਦੱਸੇ। ਤੇ ਪਰਾਲੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਵਰਤਿਆ ਜਾ ਸਕਦਾ, ਇਸ ਨੂੰ ਪੈਸਿਆਂ ਦੇ ਵਿੱਚ ਕਨਵਰਟ ਵੀ ਕੀਤਾ ਜਾ ਸਕਦਾ। ਉਹਦੇ ਲਈ ਸਿਰਫ ਕਿਸਾਨਾਂ ਨੂੰ ਇੱਕ ਜਾਗਰੂਕ ਦੀ ਲੋੜ ਹੈ, ਤੇ ਮੈਂ ਸਰਕਾਰ ਨੂੰ ਵੀ ਅਪੀਲ ਕਰਾਂਗਾ ਤਾਂ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ, ਤਾਂ ਕਿ ਕਿਸਾਨ ਉਸ ਨੂੰ ਆਪਣੀ ਇਨਕਮ ਦਾ ਸੋਰਸ ਬਣਾਵੇ, ਤਾਂ ਕਿ ਪਰਾਲੀ ਸਾੜਨ ਦੀ ਵਜ੍ਹਾ ਹੀ ਨਾ ਬਚੇ। ਪਰਾਲੀ ਨੂੰ ਤੁਸੀਂ ਸ਼ੈੱਡ ਨਾਲ ਯੂਜ਼ ਕਰ ਸਕਦੇ ਹੋ, ਫੁੱਟਮੈਟ ਬਣ ਸਕਦੇ ਹਨ, ਹੋਰ ਵੀ ਕਈ ਘਰ ਦੇ ਵਿੱਚ ਵਰਤੋਂ ਦੇ ਲਈ ਸਮਾਨ ਪਰਾਲੀ ਦਾ ਬਣ ਸਕਦਾ ਹੈ, ਜੋ ਕਿ ਅੱਜ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ। ਤਾਂ ਤੁਸੀਂ ਇਹਨਾਂ ਪਰਾਲੀ ਨੂੰ ਇੱਕ ਅੱਛੇ ਚੀਜ਼ ਦੇ ਵਿੱਚ ਕਨਵਰਟ ਕਰਕੇ ਫੁੱਟਮੈਟ, ਚਟਾਈਆਂ, ਇਹਨਾਂ ਵਿੱਚ ਕਨਵਰਟ ਕਰਕੇ ਤੁਸੀਂ ਵੇਚ ਵੀ ਸਕਦੇ ਹੋ ਤੇ ਚੰਗੇ ਪੈਸੇ ਵੀ ਕਮਾ ਸਕਦੇ ਹੋ। ਤੇ ਇਸ ਤਰ੍ਹਾਂ ਦੀ ਹੋਰ ਜਾਗਰੂਕਤਾ ਭਰੀ ਖਬਰ ਦੇ ਨਾਲ ਤੁਹਾਡੇ ਤੋਂ ਰੂਬਰੂ ਹੋਵਾਂਗੇ। ਕੈਮਰਾਮੈਨ ਸੁਖਵਿੰਦਰ ਕੋਹਲੀ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ।